ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਅੱਜ ਅਸੀਂ ਖਾਸ ਤੌਰ ਤੇ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਤੁਹਾਡੇ ਲਈ ਕਿਉਂਕਿ ਅਸੀਂ ਜਿਵੇਂ ਦੇਖ ਰਹੇ ਹਾਂ ਕਿ ਲਗਾਤਾਰ ਕੋਰੋਨਾ ਵਾਇਰਸ ਜੋ ਹੈ ਇੱਕ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ, ਪਰ ਇਸ ਦੇ ਨਾਲ ਅਸੀਂ ਇਹਤਿਆਤ ਵਰਤਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਮਹਾਮਾਰੀ ਦੇ ਖਿਲਾਫ ਇਸ ਲੜਾਈ ਵਿੱਚ ਆਪਣਾ ਯੋਗਦਾਨ ਜ਼ਰੂਰ ਦੇਣਾ। ਪਰ ਇਸ ਤੋਂ ਇਲਾਵਾ ਲੋਕਾਂ ਦੇ ਮਨ ਵਿੱਚ ਇਹ ਵੀ ਸਵਾਲ ਰਹਿੰਦੇ ਨੇ ਸਾਰਿਆਂ ਦੇ ਜੋ ਘਰਾਂ ਵਿੱਚ ਬੈਠੇ ਨੇ ਕਿ ਆਖਿਰ ਸਰਕਾਰ ਦੇ ਤੌਰ ਤੇ ਜਾਂ ਟੈਸਟਿੰਗ ਦੇ ਤੌਰ ਤੇ ਕਿਸ ਤਰ੍ਹਾਂ ਦੇ ਇਹਤਿਆਤ ਜਾਂ ਕਿਸ ਤਰ੍ਹਾਂ ਦੀ ਹੋਰ ਨਵੇਂ ਇੰਤਜ਼ਾਮ ਕਰ ਦਿੱਤੇ ਗਏ ਨੇ ਤੇ ਉਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ। ਤੇ ਸਾਡੇ ਨਾਲ ਅੱਜ ਮੌਜੂਦ ਹਨ ਪੰਜਾਬ ਮੈਡੀਕਲ ਕਾਉਂਸਲ ਦੇ ਚੇਅਰਮੈਨ ਡਾਕਟਰ A.S. ਸੇਖੋ ਜੀ, ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲੀ ਗੱਲ ਕਿ ਅਗਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ ਕਿ ਕੁਝ ਕੇਸਿਸ ਜੋ ਹੁਣ ਆ ਰਹੇ ਨੇ, ਪਟਿਆਲੇ ਦੀ ਗੱਲ ਕਰ ਲਈਏ, ਰਾਜਪੁਰੇ ਦੀਆਂ ਆਸ-ਪਾਸ ਹੋਰ ਜਗ੍ਹਾਵਾਂ ਦੀ ਕੇਸਿਸ ਤੋਂ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਅਸੀਂ ਥਰਡ ਸਟੇਜ ਦੇ ਸਟਾਰਟਿੰਗ ਵਿੱਚ ਆ ਗਏ ਹਾਂ ਕਿਉਂਕਿ ਲੋਕਾਂ ਦੀ ਨਾ ਤਾਂ ਬਾਹਰ ਦੀ ਟਰੈਵਲ ਹਿਸਟਰੀ ਹੈ ਤੇ ਨਾ ਹੀ ਉਹ ਕਿਸੇ ਕੋਰੋਨਾ ਵਾਇਰਸ ਪੇਸ਼ੈਂਟ ਨੂੰ ਮਿਲੇ ਨੇ, ਤਾਂ ਅਸੀਂ ਇਸ ਨੂੰ ਦੇਖ ਸਕਦੇ ਹਾਂ ਕਿ ਸ਼ਾਇਦ ਕਿਤੇ ਨਾ ਕਿਤੇ ਜੋ ਥਰਡ ਸਟੇਜ ਦੀ ਸਟਾਰਟ ਹੋ ਚੁੱਕੀ ਹੈ। नहीं, मेरे ख्याल ਤਾਂ ਨਹੀਂ ਹਲੇ ਥਰਡ ਸਟੇਜ ਸਟਾਰਟ ਹੋਈ ਆਪਣੇ, ਕਿਉਂਕਿ ਜਿੰਨੇ ਵੀ ਕੰਟੈਕਟਸ ਹੈਗੇ ਹਲੇ ਉਹ ਕਿਸੇ ਨਾ ਕਿਸੇ ਪਾਸੇ ਕੰਟੈਕਟ ਜ਼ਰੂਰ ਹੋਇਆ ਉਹਨਾਂ ਦਾ। ਜਿਵੇਂ ਕਿ ਰਾਜਪੁਰਾ ਸੀ, ਉਹ ਉੱਥੋਂ ਦਾ ਪੇਸ਼ੈਂਟ ਬਾਹਰ ਗਿਆ ਸੀ, ਉਸ ਤੋਂ ਬਾਅਦ ਆ ਕੇ ਜ਼ੁਕਾਮ ਸੀ ਔਰ ਉਹ ਜਾ ਕੇ ਇੱਕ ਨਰਸਿੰਗ ਹੋਮ 'ਚ ਭਰਤੀ ਹੋ ਗਿਆ। ਜਿੱਥੇ ਭਰਤੀ ਹੋ ਗਿਆ ਤਾਂ ਉੱਥੋਂ ਸਾਰੇ ਕੰਟੈਕਟ ਉਸਨੇ ਇਨਫੈਕਟ ਕਰਤੇ। ਸੋ ਇਸੇ ਤਰ੍ਹਾਂ ਹੀ ਪਟਿਆਲੇ ਵੀ ਸੀ, ਪਟਿਆਲੇ ਉਹਦੇ 'ਚ ਲੰਗਰ ਯੂਜ਼ ਕਰਦੇ ਰਹੇ ਹੈ। ਜਿੱਥੇ ਵੀ ਮਾਸ ਕੰਟੈਕਟ ਹੈ ਉੱਥੇ ਜ਼ਰੂਰ ਕੋਈ ਨਾ ਕੋਈ ਕਿਤੋਂ ਐਕਸਪੋਜ਼ ਹੋ ਕੇ ਆਇਆ ਹੁੰਦਾ ਹੈ। ਜਿਹੜਾ ਐਕਸਪੋਜ਼ ਹੋ ਕੇ ਆਇਆ ਹੁੰਦਾ ਉਹ ਉਸ ਤੋਂ ਅੱਗੇ ਐਕਸਪੋਜ਼ਰ ਹੁੰਦੀ ਹੈ ਔਰ ਮੈਂ ਇਹ ਹੁਣ ਤੱਕ ਇਹੀ ਸਮਝਦਾ ਕਿ ਹਲੇ ਆਪਣੇ ਕਮਿਊਨਿਟੀ ਸਪਰੈਡ ਨਹੀਂ ਹੋਈ। ਜੇ ਕਮਿਊਨਿਟੀ ਸਪਰੈਡ ਹੋਈ ਹੁੰਦੀ ਤਾਂ ਇਸ ਤੋਂ ਕਿਤੇ ਜ਼ਿਆਦਾ ਨੰਬਰ ਹੁੰਦੇ ਆਪਣੇ ਔਰ ਕਿਤੇ ਜ਼ਿਆਦਾ ਪੇਸ਼ੈਂਟ ਦੀ ਐਡਮਿਸ਼ਨਸ ਹੋਈਆਂ ਹੁੰਦੀਆਂ ਔਰ ਬਹੁਤ ਜ਼ਿਆਦਾ ਹੁੰਦੇ। ਹਲੇ ਆਪਾਂ ਬੜੀ ਸੇਫ ਪੋਜੀਸ਼ਨ ਤੇ ਹੈ, ਪੰਜਾਬ ਤਾਂ ਖਾਸ ਕਰਕੇ ਸਾਰੇ ਇੰਡੀਆ 'ਚੋਂ ਬਹੁਤ ਸੇਫ ਪੋਜੀਸ਼ਨ ਤੇ ਹੈ ਔਰ ਇਹ ਇਸੇ ਕਰਕੇ ਹੈ ਕਿ ਇੱਥੇ ਪੰਜਾਬ 'ਚ ਬੜੀ ਸਖਤੀ ਨਾਲ ਕਰਫਿਊ ਇੰਪੋਜ਼ ਕੀਤਾ ਗਿਆ ਹੈ ਔਰ ਜਿੰਨੇ ਡਾਕਟਰਸ ਹੈ ਦੀ ਟੀਮ ਹੈ, ਮੈਡੀਕਲ ਟੀਮਸ ਹੈ, ਉਹਨਾਂ ਨੇ ਬਹੁਤ ਹੀ ਅਗਰੈਸਿਵਲੀ ਪੰਜਾਬ 'ਚ ਕੰਮ ਕੀਤਾ ਹੈ ਔਰ ਇੰਨੀ ਜ਼ਿਆਦਾ ਅਗਰੈਸਿਵਲੀ ਕੰਮ ਕੀਤਾ ਹੈ ਤੇ ਇਸੇ ਕਰਕੇ ਪੰਜਾਬ 'ਚ ਇਹ ਕੰਟੇਨ ਹੋ ਗਈ ਹੈ। ਜਿਸ ਤਰ੍ਹਾਂ ਕਿ ਇੱਕ ਐਗਜ਼ਾਮਪਲ ਹੈ ਮੋਹਾਲੀ ਦੇ ਬਾਹਰੋਂ ਲੋਕ ਦਿੱਲੀੋਂ ਆਏ, ਫੋਰਨ ਕੰਟਰੀਜ਼ 'ਚੋਂ ਆਏ, ਬਿਨਾਂ ਦੱਸੇ ਆਏ ਔਰ ਉਹਨਾਂ ਨੇ ਇੰਨਾ ਜਿੰਨਾ ਸਪਰੈਡ ਕੀਤਾ ਸੀ ਔਰ ਹਰ ਇੱਕ ਬੰਦਾ ਉਸ ਨੂੰ ਕੰਟੈਕਟ ਕੀਤਾ ਹੈ, ਹਰ ਬੰਦੇ ਦੀ ਕੁਆਰੰਟਾਈਨ ਕੀਤੀ ਹੈ, ਹਰ ਜਿਹੜੇ ਪੇਸ਼ੈਂਟ ਡਿਟੈਕਟ ਹੋਏ ਹੈ, ਪੋਜ਼ਿਟਿਵ ਹੋਏ ਹੈ, ਉਹ ਐਡਮਿਟ ਕੀਤੇ ਹੈ ਔਰ ਇਸੇ ਕਰਕੇ ਆਪਣੇ ਬਹੁਤ ਜ਼ਿਆਦਾ ਪੰਜਾਬ 'ਚ ਕਾਮਯਾਬੀ ਹੋਈ। ਇੱਕ ਦੂਸਰੇ ਪਾਸੇ ਵੀ ਗੱਲ ਹੈ ਕਿ ਨਾਰਮਲ ਲੋਕ ਕਈ ਘਰਾਂ ਦੇ ਵਿੱਚ ਅਗਰ ਆਪਾਂ ਵੈਸੇ ਗੱਲ ਕਰੀਏ, ਪਹਿਲਾਂ ਦੀ ਗੱਲ ਕਰੀਏ ਤਾਂ ਰੂਟੀਨ ਵਿੱਚ ਦੇਖਿਆ ਜਾਂਦਾ ਸੀ ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰ ਹੁੰਦਾ ਸੀ। ਪ੍ਰਾਈਵੇਟ ਹਸਪੀਟਲਸ ਵਿੱਚ ਵੀ ਦੇਖਦੇ ਸੀ ਭੀੜ ਲੱਗੀ ਹੁੰਦੀ ਸੀ, ਪਰ ਹੁਣ ਵਾਲੇ ਟਾਈਮ ਵਿੱਚ ਜੋ ਪ੍ਰਾਈਵੇਟ ਹਸਪੀਟਲ ਸਾਥ ਨਹੀਂ ਦੇ ਰਹੇ। ਹਾਲਾਂਕਿ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਖਤੀ ਦੇ ਤੌਰ ਤੇ ਪ੍ਰਾਈਵੇਟ ਹਸਪੀਟਲਸ ਨੂੰ ਇਹ ਗੱਲ ਕਹੀ ਗਈ ਕਿ ਉਹ ਜ਼ਰੂਰ ਕੋਆਪਰੇਟ ਕਰਨ, ਪਰ ਇਸ ਦੇ ਬਾਵਜੂਦ ਜੋ ਹੈ ਪ੍ਰਾਈਵੇਟ ਹਸਪੀਟਲਸ ਦੀ ਕੋਆਪਰੇਸ਼ਨ ਨਜ਼ਰ ਨਹੀਂ ਆ ਰਹੀ। ਤੇ ਇੰਨੀ ਵੀ ਗੱਲ ਨਹੀਂ ਹੈ ਕਿ ਹਾਂ ਹਮੇਸ਼ਾ ਕੋਈ ਨਾ ਕੋਈ ਤਾਂ ਹੁੰਦਾ ਹੈ, ਪਰ ਜ਼ਿਆਦਾਤਰ ਪ੍ਰਾਈਵੇਟ ਹਸਪੀਟਲਸ ਕੋਆਪਰੇਟ ਕਰ ਰਹੇ ਹੈ। ਪਰ ਇਹ ਗੱਲ ਇਹ ਜ਼ਰੂਰ ਹੈ ਕਿ ਜਿਹੜੇ ਨਾਰਮਲ ਛੋਟੀ ਬਿਮਾਰੀ ਵਾਲੇ ਪੇਸ਼ੈਂਟ ਹੈ ਉਹ ਆਪਣੇ ਆਪ ਹੀ ਨਹੀਂ ਆ ਰਹੇ। ਪੇਸ਼ੈਂਟ ਨੂੰ ਬਾਹਰ ਨਿਕਲਣ ਤੋਂ ਡਰ ਲੱਗ ਰਿਹਾ ਹੈ। ਇਸੇ ਕਰਕੇ ਜਿਸ ਤਰ੍ਹਾਂ ਰਜਿੰਦਰਾ ਹਸਪੀਟਲ ਹੈ ਪਟਿਆਲੇ 'ਚ, ਐਡਾ ਵੱਡਾ ਹਸਪੀਟਲ ਹੈ, ਉੱਥੇ OPD ਅੱਜ ਕੱਲ੍ਹ ਕਿੰਨੀ ਹੈ? ਬਿਲਕੁਲ ਕੁਝ ਵੀ ਨਹੀਂ ਹੈ। ਉੱਥੇ ਤਾਂ ਕੋਈ ਪ੍ਰਾਈਵੇਟ ਦੀ ਗੱਲ ਨਹੀਂ ਆਈ ਨਾ, ਉਹ ਤਾਂ ਸਰਕਾਰੀ ਹਸਪੀਟਲ ਹੈ। ਉੱਥੇ ਕਿਹੜਾ ਪੇਸ਼ੈਂਟ ਆ ਰਹੇ ਹੈ? ਜਿਹੜੇ ਨਾਰਮਲ ਬਿਮਾਰੀ ਵਾਲੇ ਹੈ ਵੈਸੇ ਹੀ ਨਹੀਂ ਆ ਰਹੇ। ਉਹ ਟੈਲੀਫੋਨ ਤੇ ਡਾਕਟਰ ਨਾਲ ਸਲਾਹ ਕਰ ਲੈਂਦੇ ਹੈ, ਟੈਲੀਫੋਨ ਤੇ ਦਵਾਈ ਮੰਗਵਾ ਲੈਂਦੇ ਹੈ। ਜਿਹੜੀ ਸਾਰੀਆਂ ਸਹੂਲਤਾਂ ਕੀਤੀਆਂ ਹੋਈਆਂ ਉਸ ਤੋਂ ਜ਼ਿਆਦਾ ਉਹ ਯੂਜ਼ ਕਰ ਰਹੇ ਹੈ ਕਿ ਨਾ ਕਿ ਆਪਾਂ ਇਹ ਕੋਈ ਗੱਲ 'ਚ ਕਹਿ ਦਈਏ ਕਿ ਪ੍ਰਾਈਵੇਟ ਹਸਪੀਟਲ ਕੰਮ ਨਹੀਂ ਕਰ ਰਹੇ, ਨਹੀਂ ਦੇ ਰਹੇ। ਹੁਣ ਮੈਂ ਐਗਜ਼ਾਮਪਲ ਦੇ ਰਿਹਾ ਕਿ ਗਿਆਨ ਸਾਗਰ ਹਸਪੀਟਲ ਇਸ ਵੇਲੇ ਪੰਜਾਬ 'ਚ ਸਭ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸਿਸ ਉਹਨਾਂ ਨੇ ਰੱਖੇ ਹੋਏ ਹੈ। ਇਸ ਵੇਲੇ ਉੱਥੇ 51 ਕੇਸਿਸ ਹੈ। ਸੋ ਇਹ ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ ਕਿ ਪ੍ਰਾਈਵੇਟ ਹਸਪੀਟਲ ਸਾਥ ਨਹੀਂ ਦੇ ਰਹੇ। ਪੇਸ਼ੈਂਟ ਹੀ ਨਹੀਂ ਬਾਹਰ ਨਿਕਲਣਾ ਚਾਹੁੰਦੇ। ਜਿਹੜੀ ਬਲੱਡ ਪ੍ਰੈਸ਼ਰ ਦਾ ਪੁਰਾਣਾ ਮਰੀਜ਼ ਹੈ, ਡਾਇਬਟੀਜ਼ ਦਾ ਪੁਰਾਣਾ ਮਰੀਜ਼ ਹੈ, ਕਿਸੇ ਹੋਰ ਕਿਸਮ ਦਾ ਮਰੀਜ਼ ਹੈ, ਉਹ ਆਪਣੇ ਡਾਕਟਰ ਨੂੰ ਫੋਨ ਤੇ ਗੱਲ ਕਰਕੇ ਪੁੱਛ ਰਿਹਾ, ਉਹ ਆਪ ਹੀ ਨਹੀਂ ਨਿਕਲਣਾ ਚਾਹੁੰਦਾ। ਤੇ ਦੂਸਰੀ ਗੱਲ ਹੁਣ ਇੱਥੇ ਆਉਂਦੀ ਕਿ ਟੈਸਟਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਪੰਜਾਬ ਦੇ ਵਿੱਚ ਹੁਣ ਜੋ ਮੌਜੂਦਾ ਸਮੇਂ ਨੂੰ ਦੇਖ ਕੇ ਜੋ ਸਰਕਾਰ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਕਿ ਇੰਤਜ਼ਾਮ ਵਧਾਏ ਗਏ ਨੇ, ਚਾਹੇ ਡਾਕਟਰਸ ਹੋਣ, ਨਰਸਿਸ ਹੋਣ, ਬੈਡਸ ਹੋਣ ਜਾਂ ਵੈਂਟੀਲੇਟਰਸ ਹੋਣ ਜਾਂ ਟੈਸਟਿੰਗ ਦੀ ਸੁਵਿਧਾ ਹੋਵੇ, ਰੈਪਿਡ ਟੈਸਟਿੰਗ ਦੀ ਗੱਲ ਕੀਤੀ ਜਾ ਰਹੀ ਹੈ। ਇਹ ਜ਼ਰੂਰ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਜਾਣਨਾ ਚਾਹਾਂਗੇ ਕਿ ਕੀ ਚੀਜ਼ਾਂ ਵਿੱਚ ਇਜ਼ਾਫਾ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹ ਸੰਤੁਸ਼ਟੀ ਮਿਲੇ ਕਿ ਵਾਕਈ ਸਰਕਾਰ ਵੱਲੋਂ ਸਾਡੇ ਲਈ ਸੁਰੱਖਿਆ ਲਈ ਸਾਡੇ ਸਹੀ ਇੰਤਜ਼ਾਮ ਕੀਤੇ ਜਾ ਰਹੇ ਨੇ। ਦੇਖੋ, ਜਿਹੜੀ ਟੈਸਟਿੰਗ ਹੈ ਇਹ ਜਦੋਂ ਤੱਕ ICMR ਅਪਰੂਵ ਨਹੀਂ ਕਰਦੀ ਕਿਸੇ ਵੀ ਲੈਬੋਰਟਰੀ ਨੂੰ, ਉਦੋਂ ਤੱਕ ਲੈਬੋਰਟਰੀ ਟੈਸਟ ਨਹੀਂ ਕਰ ਸਕਦੀ। ਸੋ ਕਿਸੇ ਵੀ ਲੈਬੋਰਟਰੀ ਨੂੰ ਦੀ ਐਕਸਪੈਂਸ਼ਨ ਵਾਸਤੇ ਪੰਜਾਬ ਸਰਕਾਰ ਪਹਿਲਾਂ ICMR ਤੋਂ ਪਰਮਿਸ਼ਨ ਲੈਂਦੀ ਹੈ
ਉੱਥੋਂ ਇਕੁਇਪਮੈਂਟ ਆਉਂਦਾ, ਉੱਥੋਂ ਕਿਟਸ ਆਉਂਦੀਆਂ, ਫਿਰ ਇਹ ਸ਼ੁਰੂ ਹੁੰਦਾ ਹੈ। ਪਹਿਲਾਂ ਸਿਰਫ 1-2 PGI 'ਚ ਹੁੰਦਾ ਸੀ, ਫਿਰ ਤਿੰਨੋਂ ਮੈਡੀਕਲ ਕਾਲਜਸ ਹੋਣ ਲੱਗ ਗਿਆ, ਹੁਣ DMC, CMC, PIMS, SGRD 'ਚ ਵੀ ਹੋਣ ਲੱਗ ਗਿਆ। ਹੁਣ ਹੌਲੀ ਹੌਲੀ ਜਿਵੇਂ ਜਿਵੇਂ ਇਕੁਇਪਮੈਂਟ ਮਿਲਦਾ ਜਾਏਗਾ, ਕਿਟਸ ਮਿਲਦੀਆਂ ਜਾਣਗੀਆਂ, ਇਹ ਐਕਸਪੈਂਡ ਹੁੰਦਾ ਜਾਏਗਾ। ਔਰ ਮੈਂ ਸਮਝਦਾ ਕਿ ਇਹ ਇੱਕ ਸਟੇਜ ਇਹੀ ਜੀ ਆ ਜਾਏਗੀ ਕਿ ਪੰਜਾਬ ਗਵਰਨਮੈਂਟ ਦੀ ਐਫਰਟ ਨਾਲ ਹਰ ਡਿਸਟ੍ਰਿਕਟ 'ਚ ਹੀ ਸ਼ੁਰੂ ਹੋ ਜਾਏਗੀ। ਪਰ ਇਸ ਹਰੇਕ ਚੀਜ਼ ਨੂੰ ਟਾਈਮ ਲੱਗਦਾ, ਕਿਉਂਕਿ ਇੰਨੀ ਜਲਦੀ ਇੰਨਾ ਕੁਝ ਕਰਨਾ ਸੰਭਵ ਨਹੀਂ ਹੋ ਸਕਦਾ, ਪਰ ਜਿੰਨੀ ਪੋਜੀਸ਼ਨ 'ਚ ਸੰਭਵ ਹੋਇਆ ਉਹ ਬਹੁਤ ਕੁਝ ਹੋਇਆ। ਬਿਲਕੁਲ। ਇੱਥੇ ਇੱਕ ਹੋਰ ਚੀਜ਼, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਸਕਰੀਨਿੰਗ ਹੋ ਰਹੀ ਹੈ, ਸਕਰੀਨਿੰਗ ਦੇ ਵਿੱਚ ਕੀ ਕੁਝ ਆਉਂਦਾ, ਕਿਉਂਕਿ ਲੋਕਾਂ ਦੇ ਮਨ ਵਿੱਚ ਇਸ ਚੀਜ਼ ਨੂੰ ਵੀ ਲੈ ਕੇ ਡਰ ਹੈ, ਜੋ ਆਮ ਲੋਕ ਘਰਾਂ ਵਿੱਚ ਬੈਠੇ ਨੇ, ਕਿ ਸਕਰੀਨਿੰਗ ਹੋਏਗੀ, ਪਤਾ ਨਹੀਂ ਉਹਦੇ ਵਿੱਚ ਸਾਡੇ ਨਾਲ ਕਿਸ ਤਰ੍ਹਾਂ ਦੇ ਸਾਡੇ ਟੈਸਟ ਕੀਤੇ ਜਾਣਗੇ। ਤੇ ਇਹ ਵੀ ਜ਼ਰੂਰ ਕਿ ਸਕਰੀਨਿੰਗ ਵਿੱਚ ਕੀ ਕੀ ਇਨਕਲੂਡ ਹੁੰਦਾ, ਰੈਪਿਡ ਟੈਸਟਿੰਗ ਦੀ ਗੱਲ ਕੀਤੀ ਜਾਂਦੀ ਹੈ, ਉਹ ਕਿਹਨਾਂ ਲੋਕਾਂ ਦੀ ਔਰ ਕਿਸ ਤਰੀਕੇ ਨਾਲ? ਦੇਖੋ, ਜਦੋਂ ਵੀ ਇਸ ਤਰ੍ਹਾਂ ਦੀ ਮਹਾਮਾਰੀ ਹੋਏ, ਔਰ ਜਿਵੇਂ ਆਪਣਾ ਪੁਰਾਣਾ ਐਕਸਪੀਰੀਅੰਸ ਹੈ, ਇਹ ਸਕਰੀਨਿੰਗ ਨਾਲ, ਸਰਵੇ ਨਾਲ ਬੜੀਆਂ ਬਿਮਾਰੀਆਂ ਆਪਾਂ ਖਤਮ ਕਰ ਲਈਆਂ। ਪਹਿਲਾਂ ਜਿਵੇਂ ਸਮਾਲ ਪੌਕਸ ਸੀਗੀ, ਉਹ ਇਸੇ ਟੈਕਨੀਕ ਨਾਲ ਖਤਮ ਹੋਈ ਹੈ। ਫਿਰ ਪੋਲੀਓ ਸੀ, ਉਹ ਇਸੇ ਟੈਕਨੀਕ ਨਾਲ ਖਤਮ ਹੋਇਆ। ਮਲੇਰੀਆ ਸੀ, ਉਹ ਇਸੇ ਟੈਕਨੀਕ ਨਾਲ ਕੰਟਰੋਲ 'ਚ ਆਇਆ। ਇਹਦੇ ਦੋ ਪਹਿਲੂ ਹੁੰਦੇ ਨੇ। ਇੱਕ ਤਾਂ ਹੁੰਦੀ ਹੈ ਐਕਟਿਵ ਸਰਵੇਲੈਂਸ। ਐਕਟਿਵ ਸਰਵੇਲੈਂਸ ਹੈ, ਜਿਵੇਂ ਇੱਕ ਕਿਸੇ ਜਗ੍ਹਾ ਤੇ ਕੇਸ ਡਿਟੈਕਟ ਹੋ ਗਿਆ ਤਾਂ ਉਸ ਏਰੀਏ ਨੂੰ ਸਾਰੇ ਨੂੰ ਕਾਰਡਨ ਆਫ ਕਰ ਦਿਓ, ਸੀਲ ਕਰ ਦਿਓ, ਤਾਂ ਉਹਦੇ 100% ਟੈਸਟਿੰਗ ਕਰੋ। 100% ਟੈਸਟਿੰਗ ਕਰਨ ਤੋਂ ਬਾਅਦ ਉੱਥੇ ਪਤਾ ਲੱਗ ਜਾਏਗਾ ਕਿ ਕਿੰਨੇ ਕੇਸ ਹੈ। ਉਸ ਤੋਂ ਬਾਅਦ ਹੁੰਦਾ ਹੈ ਇਹ ਹੁੰਦਾ ਹੈਗਾ ਇੰਟੈਂਸਿਵ ਏਰੀਆ। ਉਸ ਤੋਂ ਬਾਅਦ ਹੁੰਦਾ ਐਕਸਟੈਂਸਿਵ ਏਰੀਆ, ਜਿਹੜਾ ਉਸ ਤੋਂ ਨਾਲ ਲੱਗਦਾ ਏਰੀਆ ਹੋਏ। ਜਿਵੇਂ ਇਸੇ 1 ਕਿਲੋਮੀਟਰ ਇਹ ਹੋ ਗਿਆ ਤੇ ਨਾਲ ਦੇ 2 ਕਿਲੋਮੀਟਰ ਹੋਰ ਲੈ ਲਓ, ਉੱਥੇ ਐਕਸਟੈਂਸਿਵ ਏਰੀਆ ਹੋ ਜਾਂਦਾ, ਜਿੱਥੇ ਸੈਂਪਲ ਰੈਂਡਮਲੀ ਲਏ ਜਾਂਦੇ ਹੈ। ਔਰ ਉਹ ਰੈਂਡਮਲੀ ਸੈਂਪਲ ਇਸ ਤਰ੍ਹਾਂ ਲਏ ਜਾਂਦੇ ਹੈ ਕਿ ਜੇ ਉਹਦੇ 'ਚ ਪੋਜ਼ਿਟਿਵ ਆ ਜਾਏ ਤਾਂ ਫਿਰ ਉਸ ਨੂੰ ਵੀ ਇੰਟੈਂਸਿਵ ਏਰੀਆ ਡਿਕਲੇਅਰ ਕਰ ਦਿੰਦੇ ਹੈ। ਸੋ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਔਰ ਦੂਸਰੇ ਹੀ ਹੁੰਦੀ ਹੈ ਇੱਕ ਪੈਸਿਵ ਸਰਵੇਲੈਂਸ। ਪੈਸਿਵ ਸਰਵੇਲੈਂਸ ਇਹ ਹੈ ਜਿਹੜੀ ਹੁਣ ਜਿਸ ਤਰ੍ਹਾਂ ਸਰਕਾਰ ਨੇ ਸ਼ੁਰੂ ਕੀਤੀ ਹੈ ਕਿ ਕੋਈ ਵੀ ਕੈਮਿਸਟ ਤੋਂ ਕੋਈ ਜ਼ੁਕਾਮ ਦੀ ਕੋਈ ਦਵਾਈ ਲੈਂਦਾ ਹੈ, ਕੋਈ ਖਾਂਸੀ ਦੀ ਦਵਾਈ ਲੈਂਦਾ ਹੈ, ਉਹ ਨੋਟ ਕਰੇ, ਉਹ ਦੱਸੇ ਹੈਲਥ ਅਥਾਰਟੀਜ਼ ਨੂੰ ਕਿ ਫਲਾਣਾ ਬੰਦਾ ਇਹ ਦਵਾਈ ਲੈ ਕੇ ਗਿਆ ਸੀ, ਜਾਂ ਕਿਸੇ ਪ੍ਰਾਈਵੇਟ ਹਸਪੀਟਲ 'ਚ ਜ਼ੁਕਾਮ ਖਾਂਸੀ ਨਾਲ ਜਾਏ, ਉਹ ਨੋਟ ਹੋਏ ਔਰ ਹੈਲਥ ਅਥਾਰਟੀਜ਼ ਨੂੰ ਉਹਦੀ ਇਨਫੋਰਮੇਸ਼ਨ ਹੋਏ। ਸੋ ਇਸ ਤਰ੍ਹਾਂ ਦੀ ਪੈਸਿਵ ਸਰਵੇਲੈਂਸ, ਉਹਨਾਂ ਦੇ ਫਿਰ ਟੈਸਟ ਕੀਤੇ ਜਾਣ। ਔਰ ਉਹ ਜਿੰਨੇ ਇਹਨਾਂ 'ਚੋਂ ਸ਼ਾਇਦ ਨਿਕਲ ਵੀ ਸਕਦੇ ਆ, ਨਹੀਂ ਵੀ ਨਿਕਲ ਸਕਦੇ, ਪਰ ਇਹ ਪੈਸਿਵ ਸਰਵੇਲੈਂਸ ਹੋਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ, ਜਿਹੜੀ ਕਿ ਹੁਣ ਆਪਾਂ ਸਟੇਜ ਤੇ ਆ ਗਏ ਕਿ ਆਪਾਂ ਪੈਸਿਵ ਸਰਵੇਲੈਂਸ ਵੀ ਕਰ ਰਹੇ ਹਾਂ। ਇੱਕ ਦੂਸਰੀ ਚੀਜ਼ ਇਹ ਆਂਦੀ ਕਿ ਕਿਹਾ ਜਾਂਦਾ ਕਿ ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ ਉਹ ਇਸ ਬਿਮਾਰੀ ਨਾਲ ਲੜ ਰਹਿੰਦੇ ਨੇ, ਤੇ ਲੋਕ ਜਿਹੜੇ ਘਰਾਂ ਵਿੱਚ ਬੈਠੇ ਨੇ ਕਿਤੇ ਨਾ ਕਿਤੇ ਆਪਣੀ ਇਮਿਊਨਿਟੀ ਵਧਾਉਣ ਦੀ ਕੋਸ਼ਿਸ਼ ਕਰਦੇ ਨੇ, ਕਿ ਕਈ ਦੇਸੀ ਨੁਸਖੇ ਅਪਣਾ ਲੈਂਦੇ ਨੇ। ਹਾਲਾਂਕਿ ਉਹ ਗਲਤ ਹੈ ਕਿ ਹਰੇਕ ਇਨਸਾਨ ਨੂੰ ਹਰੇਕ ਚੀਜ਼ ਮਾਫਕ ਨਹੀਂ ਬੈਠਦੀ। ਇਸ ਨੂੰ ਲੈ ਕੇ ਜ਼ਰੂਰ ਇੱਕ ਮੈਸੇਜ ਤੁਹਾਡੇ ਤੋਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹੂੰਗੀ, ਕਿਉਂਕਿ ਇਮਿਊਨਿਟੀ ਇੱਕ ਟਾਈਮ ਵਿੱਚ ਕੁਝ ਘੰਟਿਆਂ ਵਿੱਚ ਕੁਝ ਦਿਨਾਂ ਵਿੱਚ ਤਾਂ ਨਹੀਂ ਬਣਾਈ ਜਾ ਸਕਦੀ, ਤੇ ਪਰ ਫਿਰ ਵੀ ਜੋ ਲੋਕ ਘਰਾਂ ਵਿੱਚ ਇਹਤਿਆਤ ਦੇ ਤੌਰ ਤੇ ਬੈਠੇ ਨੇ, ਕਿਹਨਾਂ ਖਾਸ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਦੇਖੋ, ਇਮਿਊਨਿਟੀ ਇੱਕ ਤਾਂ ਏਜ ਨਾਲ ਬਣਦੀ ਹੈ। ਜਿੰਨੇ ਯੰਗ ਲੋਕ ਹੈ ਬਿਲੋ 50 ਇਅਰਸ ਹੈ, ਉਹਨਾਂ 'ਚ ਨੈਚੁਰਲੀ ਇਮਿਊਨਿਟੀ ਬਹੁਤ ਅੱਛੀ ਹੁੰਦੀ ਹੈ। ਪਰ ਉਸ ਤੋਂ ਇਲਾਵਾ ਅੱਛੀ ਖੁਰਾਕ, ਐਕਸਰਸਾਈਜ਼, ਇਹ ਦੋ ਚੀਜ਼ਾਂ ਹੈ ਜਿਹਦੇ ਨਾਲ ਇਮਿਊਨਿਟੀ, ਬਲੱਡ ਸਰਕੂਲੇਸ਼ਨ ਵਧੇਗਾ, ਇਮਿਊਨਿਟੀ ਵਧੇਗੀ। ਔਰ ਇਹ ਦੋ ਬੇਸਿਕ ਚੀਜ਼ਾਂ ਹੈ ਜਿਹੜੀਆਂ ਘਰ 'ਚ ਬੈਠੇ ਲੋਕਾਂ ਨੂੰ ਕਰਨੀ ਚਾਹੀਦੀ ਹੈ। ਇੱਕ ਤਾਂ ਬੈਲੈਂਸਡ ਹੈਲਦੀ ਫੂਡ, ਕੋਈ ਟਰੈਸ਼ ਫੂਡ ਨਹੀਂ ਖਾਣਾ ਚਾਹੀਦਾ, ਬੈਲੈਂਸ ਹੈਲਦੀ ਫੂਡ ਐਂਡ ਐਕਸਰਸਾਈਜ਼। ਥੀਜ਼ ਆਰ ਦ ਟੂ ਥਿੰਗਸ ਜਿਹੜੇ ਹਰ ਘਰ 'ਚ ਹਰ ਉਸ ਨੂੰ ਬੰਦਿਆਂ ਨੂੰ ਕਰਨਾ ਚਾਹੀਦਾ, ਚਾਹੇ ਔਰਤ ਹੈ, ਬੱਚਾ ਹੈ, ਆਦਮੀ ਹੈ, ਚਾਹੇ ਕੋਈ ਵੀ ਏਜ ਹੈ। ਜਿੰਨੀ ਵੀ ਲਿਮਿਟ ਹੈ ਆਪਣੀ ਐਕਸਰਸਾਈਜ਼ ਦੀ ਜ਼ਰੂਰ ਕਰਨੀ ਚਾਹੀਦੀ ਹੈ, ਔਰ ਅੱਛਾ ਹੈਲਦੀ ਖਾਣਾ ਖਾਣਾ ਚਾਹੀਦਾ। ਬਿਲਕੁਲ। ਕੁਝ ਸਟੱਡੀਜ਼ ਦੀ ਜਿਵੇਂ ਗੱਲ ਕੀਤੀ ਜਾਂਦੀ ਹੈ ਤਾਂ ਅੰਦਾਜ਼ੇ ਸਰਕਾਰ ਵੱਲੋਂ ਵੀ, ਜੋ ਨਿਊਜ਼ ਵਿੱਚ ਅਸੀਂ ਨਿਊਜ਼ਪੇਪਰਸ ਵਿੱਚ ਵੀ ਪੜ੍ਹ ਰਹੇ ਹਾਂ ਲਗਾਤਾਰ, ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਬਿਮਾਰੀ ਹੈ ਹਲੇ ਥੋੜੀ ਹੋਰ ਵਧੇਗੀ। ਤਾਂ ਲੋਕ ਇਸ ਨੂੰ ਲੈ ਕੇ ਜ਼ਰੂਰ ਡਰ ਰਹੇ ਨੇ, ਪਰ ਫਿਰ ਵੀ ਇਹਤਿਆਤ ਦੇ ਤੌਰ ਤੇ ਅਗਰ ਬਾਹਰ ਨਿਕਲਣਾ ਪੈਂਦਾ ਹੈ ਕੁਝ ਜ਼ਰੂਰੀ ਕੰਮਾਂ ਲਈ, ਜਿਵੇਂ ਅਸੀਂ ਦੇਖ ਰਹੇ ਹਾਂ ਕਿ 20 ਅਪ੍ਰੈਲ ਤੋਂ ਬਾਅਦ ਕੁਝ ਕੰਮਕਾਜ ਵੀ ਸ਼ੁਰੂ ਕੀਤੇ ਗਏ, ਰਾਹਤ ਦਿੱਤੀ ਗਈ ਹੈ, ਤਾਂ ਲੋਕਾਂ ਨੂੰ ਕਿਸ ਤਰ੍ਹਾਂ ਦੇ ਇਹਤਿਆਤੀ ਕਦਮ ਵੀ ਵਰਤਣੇ ਚਾਹੀਦੇ ਨੇ ਅਗਰ ਬਾਹਰ ਨਿਕਲਦੇ ਨੇ, ਤਾਂ ਘਰ ਵਾਲੇ ਵੀ ਉਹਨਾਂ ਦੇ ਸੇਫ ਰਹਿਣ ਤੇ ਖੁਦ ਵੀ ਉਹ ਸੇਫ ਰਹਿਣ। ਦੇਖੋ ਜੀ, ਇੱਕ ਤਾਂ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਿਆਦਾ ਹੈ, ਬਹੁਤ ਇੰਪੋਰਟੈਂਟ ਹੈ ਸੋਸ਼ਲ ਡਿਸਟੈਂਸਿੰਗ। ਇਹ ਦੇਖਿਆ ਗਿਆ ਜਦੋਂ ਆਪਾਂ ਬੋਲਦੇ ਵੀ ਹਾਂ ਤਾਂ ਕੁਝ ਡ੍ਰੌਪਲੇਟਸ ਮੂੰਹ ਚੋਂ ਨਿਕਲਦੇ ਹੈ, ਇਹ ਤਕਰੀਬਨ 1 ਮੀਟਰ ਤੱਕ ਦੂਰ ਤੱਕ ਜਾ ਸਕਦੇ ਹੈ। ਇਹ ਔਰ ਜਿਹੜੇ ਇਹ ਹੁਣ ਸਟੱਡੀ ਹੋਈ ਹੈ, ਜਿਹੜੇ ਵੱਡੇ ਡ੍ਰੌਪਲੇਟ ਹੈ ਉਹ ਤਾਂ ਵਿਦਿਨ 1 ਫੁੱਟ ਨੀਚੇ ਗਿਰ ਜਾਂਦੇ ਹੈ, ਔਰ ਜਿਹੜੇ ਛੋਟੇ ਡ੍ਰੌਪਲੇਟ ਹੈ ਉਹ ਦੂਰ ਤੱਕ ਜਾਂਦੇ ਹੈ। ਔਰ ਦੂਰ ਤੱਕ ਜਾਣ ਕਰਕੇ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਮਾਸਕ ਦੇ ਦੋ ਫਾਇਦੇ ਹੈ, ਇੱਕ ਤਾਂ ਜੇ
ਮੈਂ ਗੱਲ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੋਈ ਡ੍ਰੌਪਲੇਟ ਬਾਹਰ ਨਹੀਂ ਜਾਊਗਾ। ਦੂਸਰੀ ਗੱਲ ਜਿਹੜੀ ਬਾਹਰਲੀ ਹਵਾ ਮੈਂ ਲੈ ਰਿਹਾ ਕੁਛ ਨਾ ਕੁਛ ਉਹ ਮਾਸ ਦੇ ਵਿੱਚੋਂ ਸਟ੍ਰੇਨ ਹੋ ਕੇ ਅੰਦਰ ਜਾਏਗੀ ਨਾ। ਸੋ ਇਸ ਕਰਕੇ ਔਰ ਇਹ ਜਿਹੜਾ ਵਾਇਰਸ ਹੈ ਇਹ ਕਾਫੀ ਇਸ ਦਾ ਸਾਈਜ਼ ਵੱਡਾ ਹੈ। ਇਹ ਵਾਇਰਸ ਇਸੇ ਨਾਰਮਲ ਮਾਸਕ ਨਾਲ ਇਹ ਕੰਟੇਨ ਹੋ ਸਕਦਾ ਹੈ। ਹਾਂ ਜਿਹੜੇ ਲੋਕ ਪੇਸ਼ੈਂਟਸ ਨੂੰ ਡੀਲ ਕਰ ਰਹੇ ਹੈ ਉਹਨਾਂ ਨੂੰ ਪੂਰੀ ਇhtiyat ਕਰਨੀ ਚਾਹੀਦੀ ਹੈ। ਉਹ ਪੂਰੀ ਆਪਣੀ PPE ਪੂਰਾ ਪਾ ਕੇ ਜਾਣਾ ਚਾਹੀਦਾ ਹੈ ਉਹਨਾਂ ਨੂੰ, ਤੇ ਬਾਕੀ ਨਾਰਮਲ ਮਾਸਕ ਬਹੁਤ ਸਫੀਸ਼ੀਐਂਟ ਹੈ ਔਰ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਇੱਕ ਜਿਹੜੀ ਦਵਾਈ ਹਾਈਡਰੋਕਸੀ ਕਲੋਰੋਕੁਇਨ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਜ਼ਿਆਦਾ ਜਦੋਂ ਦੀ ਖਬਰਾਂ ਵਿੱਚ ਆਇਆ ਕਿ ਸ਼ਾਇਦ ਇਹ ਕਿਤੇ ਨਾ ਕਿਤੇ ਬਚਾਅ ਕਰਦੀ ਹੈ, ਲੋਕਾਂ ਨੇ ਕਿਤੇ ਨਾ ਕਿਤੇ ਖੁਦ ਆਪਣੇ ਤੌਰ ਤੇ ਬਿਨਾਂ ਡਾਕਟਰ ਦੇ ਲਿਖੇ ਇਹ ਦਵਾਈ ਖਰੀਦਣੀ ਵੀ ਵਿੱਚ ਖਬਰਾਂ ਆਈਆਂ ਕਿ ਸ਼ੁਰੂ ਕਰ ਦਿੱਤੀ। ਤੇ ਇਹ ਕਿੰਨਾ ਕੁ ਜ਼ਰੂਰੀ, ਕਿਉਂਕਿ ਲੋਕਾਂ ਨੂੰ ਇਹ ਵੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਕੋਈ ਵੈਸੇ ਵੀ ਹੁੰਦਾ ਕਿ ਕੋਈ ਵੀ ਦਵਾਈ ਆਪਣੇ ਆਪ ਬਿਨਾਂ ਡਾਕਟਰ ਦੇ ਲਿਖੇ ਨਹੀਂ ਲੈਣੀ ਚਾਹੀਦੀ। ਤਾਂ ਹਾਈਡਰੋਕਸੀ ਕਲੋਰੋਕੁਇਨ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਆ ਗਿਆ ਕਿ ਅਸੀਂ ਖਰੀਦ ਕੇ ਰੱਖ ਲਈਏ, ਕੱਲ ਨੂੰ ਕੋਈ ਗੱਲ ਹੋਈ ਤਾਂ ਅਸੀਂ ਖੁਦ ਖਾ ਕੇ ਖੁਦ ਨੂੰ ਠੀਕ ਕਰ ਸਕਦੇ ਹਾਂ। ਨਹੀਂ, ਇਹ ਬਹੁਤ ਗਲਤ ਗੱਲ ਹੈ। ਹਾਈਡਰੋਕਸੀ ਕਲੋਰੋਕੁਇਨ ਜ਼ਰੂਰ ਯੂਜ਼ ਹੋ ਰਹੀ ਹੈ ਪਰ ਇਹ ਹਲੇ ਪ੍ਰੂਵ ਨਹੀਂ ਹੋਈ ਕਿ ਇਹ ਡਰੱਗ ਇਸ ਵਾਸਤੇ ਯੂਜ਼ ਕਰਦੀ ਹੈ। ਹਾਂ, ਇਸ ਨਾਲ ਫਾਇਦਾ ਹੁੰਦਾ ਹੈ ਪਰ ਇਹ ਹਮੇਸ਼ਾ ਉਦੋਂ ਹੀ ਕਰਨੀ ਚਾਹੀਦੀ ਹੈ ਅੰਡਰ ਦ ਡਾਕਟਰ ਸੁਪਰਵਿਜ਼ਨ। ਨਾ ਤਾਂ ਇਹ ਆਪਣੇ ਆਪ ਖਰੀਦਣੀ ਚਾਹੀਦੀ ਹੈ ਨਾ ਆਪਣੇ ਆਪ ਲੈਣੀ ਚਾਹੀਦੀ ਹੈ। ਜਦੋਂ ਵੀ ਕੋਈ ਦਵਾਈ ਹੈ, ਕੋਈ ਕਿਸਮ ਦੀ ਦਵਾਈ ਹੈ, ਹਮੇਸ਼ਾ ਡਾਕਟਰ ਦੀ ਪ੍ਰਸਕ੍ਰਿਪਸ਼ਨ ਉਸ ਦੀ ਅੰਡਰ ਸੁਪਰਵਿਜ਼ਨ ਲੈਣੀ ਚਾਹੀਦੀ ਹੈ, ਆਪਣੇ ਆਪ ਬਿਲਕੁਲ ਨਹੀਂ ਲੈਣੀ ਚਾਹੀਦੀ। ਬਾਕੀ ਕਈ ਸਵਾਲਾਂ ਦੇ ਜਵਾਬ ਤੁਹਾਡੇ ਤੋਂ ਅਸੀਂ ਲੈ ਚੁੱਕੇ ਹਾਂ, ਪਰ ਇੱਕ ਲਾਸਟ ਵਿੱਚ ਜ਼ਰੂਰ ਜਾਣਨਾ ਚਾਹੂੰਗੀ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹੁਣ ਮੌਸਮ ਬਦਲਦੇ ਆਮ ਤੌਰ ਤੇ ਖਾਂਸੀ ਜ਼ੁਕਾਮ ਜਾਂ ਬੁਖਾਰ ਵਾਲੀ ਲੋਕਾਂ ਵਿੱਚ ਕੋਈ ਪਰੇਸ਼ਾਨੀ ਦੇਖੀ ਜਾ ਸਕਦੀ ਹੈ, ਪਰ ਅੱਜ ਦੇ ਟਾਈਮ ਵਿੱਚ ਅਗਰ ਕਿਸੇ ਨੂੰ ਖਾਂਸੀ ਆਉਂਦੀ ਹੈ, ਛਿੱਕਾਂ ਲੱਗਦੀਆਂ, ਥੋੜਾ ਹਲਕਾ ਫੁਲਕਾ ਬੁਖਾਰ ਹੁੰਦਾ ਤਾਂ ਲੋਕ ਘਬਰਾ ਜਾਂਦੇ ਨੇ ਕਿ ਕਿਤੇ ਮੈਨੂੰ ਕਰੋਨਾ ਵਾਇਰਸ ਤਾਂ ਨਹੀਂ। ਤਾਂ ਇੱਥੇ ਜ਼ਰੂਰ ਚਾਹੂੰਗੀ ਕਿ ਕਰੋਨਾ ਵਾਇਰਸ ਦੇ ਸਿੰਪਟਮਸ ਤੇ ਨਾਰਮਲ ਖਾਂਸੀ ਜ਼ੁਕਾਮ ਦੇ ਸਿੰਪਟਮਸ ਵਿੱਚ ਕਿੱਥੇ ਇੱਕ ਲਿਮਿਟ ਹੈ ਕਿ ਲੋਕ ਖੁਦ ਨੂੰ ਇਹ ਸਮਝਣ ਕਿ ਅਸੀਂ ਸੁਰੱਖਿਅਤ ਹਾਂ, ਸਾਨੂੰ ਨਾਰਮਲ ਹੀ ਜੋ ਹੈ ਵਾਇਰਲ ਦੀ ਤਰ੍ਹਾਂ ਕੁਝ ਦਿਖ ਰਹੇ ਨੇ ਸਿੰਪਟਮਸ, ਇਸ ਨੂੰ ਅਸੀਂ ਡਰੀਏ ਨਾ ਉਸ ਨੂੰ ਦੇਖ ਕੇ। ਦੇਖੋ, ਵਾਇਰਲ ਸਿੰਪਟਮਸ ਬੜੇ ਵੇਰੀਏਬਲ ਹੁੰਦੇ ਹੈ, ਇਹਦਾ ਮੈਂ ਐਗਜ਼ੈਕਟਲੀ ਨਹੀਂ ਦੱਸਣਾ, ਬਹੁਤ ਮੁਸ਼ਕਿਲ ਹੈ ਕਿ ਇਹ ਕਰੋਨਾ ਦੇ ਸਿੰਪਟਮ ਹੈ ਜਾਂ ਜ਼ੁਕਾਮ ਦੇ ਸਿੰਪਟਮ ਹੈ। ਕਰੋਨਾ ਦੇ ਬਿਨਾਂ ਕਿਸੇ ਸਿੰਪਟਮ ਤੋਂ ਵੀ ਕੇਸਿਸ ਆਏ ਹੈ, ਸੋ ਇਸ ਕਰਕੇ ਦੱਸਣਾ ਬੜਾ ਜ਼ਰੂਰੀ ਹੈ। ਹਾਂ, ਕਰੋਨਾ ਦੇ ਜਿਹੜੇ ਖਾਸ ਸਿੰਪਟਮ ਹੈ ਉਹ ਹੈ ਡਰਾਈ ਕਫ और साह लेने च तकलीफ और बुखार और बॉडी एक्स, ये खास सिम्पटम है। ड्राई कफ ते साह लेने च तकलीफ और ये बैठ के साह आराम नाल आउंदा है, लेटो साह मुश्किल आउंदा है, ये करोना के खास सिम्पटम है। सो बाकी पर ये सिम्पटमलैस भी हो सकता है, किसी के ज्यादा हो सकते हैं, किसी के घट हो सकते हैं। एक लकीर मारने के लिए यही सिम्पटम करोना के होंगे, ये जुकाम के होंगे, वो बहुत मुश्किल है। ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿੱਤੀ, ਕਿਉਂਕਿ ਅਜੋਕੇ ਸਮੇਂ ਵਿੱਚ ਲੋਕ ਭਾਵੇਂ ਘਰਾਂ ਦੇ ਵਿੱਚ ਬੈਠੇ ਨੇ ਪਰ ਇੱਕ ਨਾ ਇੱਕ ਖਿਆਲ ਕੁਝ ਲੋਕਾਂ ਦੇ ਮਨ 'ਚ ਇੰਨੇ ਹਾਵੀ ਹੋ ਜਾਂਦੇ ਨੇ ਕਿ ਡਰ ਵਾਲਾ ਮਾਹੌਲ ਬਣ ਜਾਂਦਾ। ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਇਸ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਲੜਨਾ ਹੈ, ਡਰਨਾ ਨਹੀਂ, ਸੁਚੇਤ ਰਹਿ ਕੇ ਇਸ ਲੜਾਈ ਦੇ ਨਾਲ ਅਸੀਂ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ।